नमस्कार दोस्तों, स्वागत है तुहाडा एक वारी फेर साडे इस चैनल PSPCL न्यूज़ ते। दोस्तों इस चैनल ते असी PSPCL नाल रिलेटेड सारियां हदायतां तुहाडे नाल सांझियां करते रहने हैं। दोस्तों इस चैनल ते साडा हमेशा यही उद्देश्य रहता है कि PSPCL यानी पंजाब राज पावर कॉरपोरेशन लिमिटेड वालों समय समय सिर जारी हदायतां असीं तुहाडे नाल सांझियां कर सकीए, तां जो पंजाब दे विच तुहाडे बिजली दे बिल नूं लैके कोई भी शंका तुहाडे मन दे विच ना रहे अते अपने बिजली दे बिल नूं दुरुस्त करवाउण दे लई तुहानूं PSPCL दे दफ्तर दे बार-बार चक्कर ना लगाने पैण। असीं लगातार PSPCL नाल संबंधित वीडियोज़ इस चैनल ते शेयर करते रहंदे हां। इस तो पहला मैं एक वीडियो बनाई सी जिस दे विच घरेलू कनैक्शन दे बिल दे बारे पूरी जानकारी दित्ती सी। उस वीडियो ते मैनूं बहुत सारे कमेंट्स आ रहे हैं। उस वीडियो दे विच जो रेट मैं तुहाडे नाल सांझे कीते सी ਉਹ पुराने रेट सी। उस बिल दी कैलकुलेशन 2020-21 ਦੇ ਰੇਟ ਦੇ ਹਿਸਾਬ ਨਾਲ ਕੀਤੀ ਗਈ ਸੀ, परंतु ਹੁਣ 1 ਜੂਨ 2021 ਤੋਂ ਬਿਜਲੀ ਬੋਰਡ ਵੱਲੋਂ ਯਾਨੀ PSPCL ਵੱਲੋਂ ਨਵੇਂ ਟੈਰਿਫ ਰੇਟ ਜਾਰੀ ਕੀਤੇ ਗਏ ਹਨ। PSPCL ਵੱਲੋਂ ਜਾਰੀ ਕੀਤਾ ਗਿਆ ਇਹ ਟੈਰਿਫ 2021-22 ਇਸ ਪੂਰੇ ਫਾਈਨੈਂਸ਼ੀਅਲ ਈਅਰ ਦੇ ਲਈ ਐਪਲੀਕੇਬਲ ਰਹੇਗਾ। ਇਸ ਵੀਡੀਓ ਦੇ ਵਿੱਚ ਆਪਾਂ ਕਿਸੇ ਘਰੇਲੂ ਕਨੈਕਸ਼ਨ ਦੇ ਬਿਜਲੀ ਦੇ ਬਿੱਲ ਦੀ पूरी कैलकुलेशन 1 जून 2021 तो बाद दे नवे टैरिफ के हिसाब नाल कैलकुलेट करांगे। तो चलो बिना होर टाइम वेस्ट किए सीधा वीडियो शुरू करते हैं। दोस्तों जिवें कि तुसीं स्क्रीन ते देख सकते हो, मेरे हाथ दे विच एक बिजली दा बिल है। यह एक DS कैटेगरी दा बिल है। PSPCL वालों अपने बिजली खपतकारां नूं ਵੱਖ-ਵੱਖ कैटेगरियां दे विच वंडिया गया है, जिस दे विच DS यानी डोमैसटिक सप्लाई घरेलू सप्लाई, NRS यानी नॉन रेजिडेंशियल सप्लाई, इस तो इलावा SP स्मॉल पावर, MS मीडियम सप्लाई, LS लार्ज सप्लाई, BS बल्क सप्लाई अते AP यानी एग्रीकल्चर पंप सप्लाई ਵੱਖ-ਵੱਖ कैटेगरियां दे लई ਵੱਖ-ਵੱਖ टैरिफ लागू कीता जांदा है। इस वीडियो दे विच आपां घरेलू कनैक्शन यानी DS सप्लाई दे बिल दी कैलकुलेशन नਵੇਂ टैरिफ 2021-22 जो कि 1 जून 2021 ਤੋਂ अप्लाई ਕੀਤਾ ਗਿਆ ਹੈ ਉਸ ਦੀ ਕੈਲਕੂਲੇਸ਼ਨ ਕਰਾਂਗੇ। ਇਸ ਬਿੱਲ ਦੇ ਵਿੱਚ ਸਭ ਤੋਂ ਉੱਪਰ ਤੁਸੀਂ ਦੇਖ ਸਕਦੇ ਹੋ PSPCL ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟਿਡ। ਉਸ ਤੋਂ ਬਾਅਦ PSPCL ਦਾ ਰਜਿਸਟਰਡ ਆਫਿਸ ਹੈਡ ਆਫਿਸ ਦੀ ਮਾਲ ਪਟਿਆਲਾ, PSPCL ਦਾ ਕੰਪਲੇਂਟ ਨੰਬਰ 1912, ईमेल एड्रैस, वैबसाइट, CIN नंबर, GSTIN नंबर। यह PSPCL ਦੇ ਬਾਰੇ ਕੁਝ ਜਾਣਕਾਰੀ ਸਾਂਝੀ ਕੀਤੀ ਗਈ ਹੈ ਤੁਹਾਡੇ ਬਿੱਲ ਦੇ ਉੱਤੇ। ਉਸ ਤੋਂ ਬਾਅਦ ਬਿੱਲ ਦੀ ਕੈਟਾਗਰੀ ਦਰਸਾਈ ਗਈ ਹੈ ਇਲੈਕਟ੍ਰਿਸਿਟੀ ਬਿੱਲ DS ਜਨਰਲ ਯਾਨੀ ਡੋਮੈਸਟਿਕ ਸਪਲਾਈ ਜਨਰਲ ਕੈਟਾਗਰੀ ਦਾ ਇਹ ਬਿੱਲ ਹੈ। ਇਸ ਤੇ ਕੋਈ ਕਿਸੇ ਤਰ੍ਹਾਂ ਦੀ ਸਬਸਿਡੀ ਨਹੀਂ ਲੱਗਦੀ ਅਤੇ ਨਾ ਹੀ ਕੋਈ ਯੂਨਿਟਾਂ ਦਾ ਕੰਸੈਸ਼ਨ ਇਸ ਬਿੱਲ ਦੀ ਕੈਟਾਗਰੀ ਦੇ ਉੱਤੇ ਐਪਲੀਕੇਬਲ ਹੈ। ਇਹ ਇੱਕ ਨਾਰਮਲ DS ਕੈਟਾਗਰੀ ਘਰੇਲੂ ਕਨੈਕਸ਼ਨ ਦਾ ਬਿੱਲ ਹੈ ਜਿਸ ਦੀ ਕੀ ਕੈਲਕੂਲੇਸ਼ਨ ਆਪਾਂ ਇਸ ਵੀਡੀਓ ਦੇ ਵਿੱਚ ਕਰਾਂਗੇ। ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਡੇਟ ਮੈਂਸ਼ਨ ਕੀਤੀ ਗਈ ਹੈ, ਟਾਈਮ ਮੈਂਸ਼ਨ ਕੀਤਾ ਗਿਆ ਹੈ, ਜਿਸ ਡੇਟ ਨੂੰ ਜਿਸ ਟਾਈਮ ਇਹ ਬਿੱਲ ਇਸ਼ੂ ਕੀਤਾ ਗਿਆ ਹੈ ਮੀਟਰ ਰੀਡਰ ਵੱਲੋਂ ਤੁਹਾਡੇ ਘਰ ਦੇ ਬਾਹਰ ਲੱਗੇ ਮੀਟਰ ਦੀ ਰੀਡਿੰਗ ਲਿੱਤੀ ਜਾਂਦੀ ਹੈ। ਉਸੇ ਟਾਈਮ ਤੁਹਾਡੇ ਘਰ ਦਾ ਬਿੱਲ ਜਨਰੇਟ ਕੀਤਾ ਜਾਂਦਾ ਹੈ ਜਿਸ ਨੂੰ ਸਪੌਟ ਬਿਲਿੰਗ ਕਿਹਾ ਜਾਂਦਾ ਹੈ। ਔਨ ਦਾ ਸਪੌਟ ਤੁਹਾਡੇ ਮੀਟਰ ਦੀ ਰੀਡਿੰਗ ਲੈ ਕੇ ਤੁਹਾਨੂੰ ਬਿੱਲ ਇਸ਼ੂ ਕਰ ਦਿੱਤਾ ਜਾਂਦਾ ਹੈ। ਦੋਸਤੋ ਇਸ ਬਿੱਲ ਦੇ ਇਸ਼ੂ ਹੋ ਜਾਣ ਤੋਂ ਬਾਅਦ 15 ਦਿਨ ਦੇ ਬਾਅਦ ਤੁਹਾਡੇ ਵੱਲੋਂ ਇਸ ਬਿੱਲ ਦੀ ਅਦਾਇਗੀ ਕੈਸ਼ ਜਾਂ ਆਨਲਾਈਨ ਅਦਾਇਗੀ ਕੀਤੀ ਜਾ ਸਕਦੀ ਹੈ। ਜੇਕਰ ਤੁਸੀਂ ਇਸ ਬਿੱਲ ਦੀ ਅਦਾਇਗੀ ਚੈੱਕ ਜਾਂ ਡਿਮਾਂਡ ਡਰਾਫਟ ਰਾਹੀਂ ਕਰਨੀ ਚਾਹੁੰਦੇ ਹੋ ਤਾਂ ਤੁਹਾਨੂੰ ਇਹ ਚੈੱਕ ਜਾਂ ਡਿਮਾਂਡ ਡਰਾਫਟ ਬਿੱਲ ਦੀ ਡਿਊ ਡੇਟ ਤੋਂ 4 ਦਿਨ ਪਹਿਲਾਂ ਬਿਜਲੀ ਬੋਰਡ ਦੇ ਉਪ ਮੰਡਲ ਦਫ਼ਤਰ ਦੇ ਵਿੱਚ ਜਮ੍ਹਾਂ ਕਰਵਾਉਣਾ ਹੋਏਗਾ। ਉਸ ਤੋਂ ਅਗਲੇ ਪੋਰਸ਼ਨ ਦੇ ਵਿੱਚ ਤੁਹਾਡੇ ਬਿੱਲ ਦਾ ਇਨਵॉइस ਨੰਬਰ, ਫੀਡਰ ਕੋਡ ਨੰਬਰ, PSPCL ਦੇ ਸਰਕਲ ਦਫ਼ਤਰ ਦਾ ਨਾਮ, ਡਿਵੀਜ਼ਨ ਦਫ਼ਤਰ ਦਾ ਨਾਮ, ਉਸ ਤੋਂ ਬਾਅਦ ਸਬ ਡਿਵੀਜ਼ਨ ਯਾਨੀ ਉਪ ਮੰਡਲ ਦਫ਼ਤਰ ਦਾ ਕੋਡ, ਤੁਹਾਡੇ ਬਿੱਲ ਦਾ ਸਾਈਕਲ, ਸਬ ਡਿਵੀਜ਼ਨ ਦਾ ਨਾਮ, ਉਸ ਤੋਂ ਬਾਅਦ ਕੰਜ਼ਿਊਮਰ ਨੰਬਰ, ਤੁਹਾਡਾ PSPCL ਨਾਲ ਕੰਟਰੈਕਟ ਅਕਾਊਂਟ ਨੰਬਰ ਜਿਸ ਨੂੰ ਬਿਜਲੀ ਬੋਰਡ ਦਾ ਖਾਤਾ ਨੰਬਰ ਕਿਹਾ ਜਾਂਦਾ ਹੈ, ਉਸ ਤੋਂ ਬਾਅਦ ਖਪਤਕਾਰ ਦਾ ਨਾਮ, ਖਪਤਕਾਰ ਦਾ ਪੂਰਾ ਐਡਰੈਸ, मोबाइल नंबर ਅਤੇ ਕੰਜ਼ਿਊਮਰ ਦਾ GSTIN ਨੰਬਰ। ਉਸ ਤੋਂ ਬਾਅਦ ਇਸੇ ਬਿੱਲ ਤੇ ਤੁਹਾਡੇ ਬਿੱਲ ਦੀ ਅਦਾਇਗੀ ਕਰਨ ਲਈ ਕੈਸ਼ ਜਾਂ ਆਨਲਾਈਨ ਅਦਾਇਗੀ ਕਰਨ ਲਈ ਡਿਊ ਡੇਟ ਦਰਸਾਈ ਗਈ ਹੈ। ਉਸ ਤੋਂ ਬਾਅਦ ਚੈੱਕ ਜਾਂ DD ਰਾਹੀਂ ਜੇਕਰ ਤੁਸੀਂ ਅਦਾਇਗੀ ਕਰਦੇ ਹੋ ਤਾਂ ਉਸ ਦੀ ਡਿਊ ਡੇਟ ਵੀ ਇਸ ਬਿੱਲ ਤੇ ਦਰਸਾਈ ਗਈ ਹੈ। ਜੇਕਰ ਤੁਸੀਂ ਇਸ ਬਿਲਿੰਗ ਜਾਂ ਪੰਜਾਬ ਦੇ ਵਿੱਚ ਬਿਜਲੀ ਸਪਲਾਈ ਨੂੰ ਲੈ ਕੇ ਕਿਸੇ ਤਰ੍ਹਾਂ ਦੀ ਕੰਪਲੇਂਟ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਬਿਜਲੀ ਬੋਰਡ ਦੇ 1912 ਨੰਬਰ ਤੇ ਕਰ ਸਕਦੇ ਹੋ। ਇਸ ਬਿੱਲ ਦੀ ਅਦਾਇਗੀ ਤੁਸੀਂ ਨੀਅਰੈਸਟ ਕੈਸ਼ ਕਾਊਂਟਰ ਤੇ ਵੀ ਕਰ ਸਕਦੇ ਹੋ ਜਾਂ ਇਸ ਤੋਂ ਇਲਾਵਾ ਪੰਜਾਬ ਦੇ ਵਿੱਚ ਤੁਸੀਂ ਕਿਸੇ ਵੀ ਕੈਸ਼ ਕਾਊਂਟਰ ਤੇ ਜਾ ਕੇ ਇਸ ਬਿੱਲ ਦੀ ਅਦਾਇਗੀ ਕਰ ਸਕਦੇ ਹੋ। ਉਸ ਤੋਂ ਅੱਗੇ ਜੇਕਰ ਆਪਾਂ ਦੇਖੀਏ ਤਾਂ ਇਸ ਬਿੱਲ ਦੀ ਕੈਟਾਗਰੀ ਦਰਸਾਈ ਗਈ ਹੈ ਜੋ ਕਿ DS ਕੈਟਾਗਰੀ ਹੈ, ਸਬ ਕੈਟਾਗਰੀ ਹੈ ਜਨਰਲ, ਕਿਉਂਕਿ ਇਸ ਕਨੈਕਸ਼ਨ ਦੇ ਇਸ ਬਿੱਲ ਦੇ ਉੱਤੇ ਕਿਸੇ ਤਰ੍ਹਾਂ ਦੀ ਕੋਈ ਸਬਸਿਡੀ ਜਾਂ ਯੂਨਿਟਸ ਦਾ ਕੰਸੈਸ਼ਨ ਨਹੀਂ ਲੱਗ ਰਿਹਾ। ਉਸ ਤੋਂ ਬਾਅਦ ਫੇਸ ਕੋਡ, ਸਿੰਗਲ ਫੇਸ,
ਮੀਟਰ ਦੀ ਮੇਕ, ਜਿਸ ਕੰਪਨੀ ਵੱਲੋਂ ਮੀਟਰ ਤੁਹਾਨੂੰ ਸਪਲਾਈ ਕੀਤਾ ਗਿਆ ਹੈ। ਮੀਟਰ ਮਲਟੀਪਲਾਇਰ ਇੱਕ, ਓਵਰਆਲ ਮਲਟੀਪਲਾਈਂਗ ਫੈਕਟਰ ਇੱਕ, ਸੈਂਕਸ਼ਨਡ ਲੋਡ ਇਸ ਕੰਜ਼ਿਊਮਰ ਦਾ, ਇਸ ਖਪਤਕਾਰ ਦਾ ਸੈਂਕਸ਼ਨਡ ਲੋਡ 5 ਕਿਲੋਵਾਟ ਹੈ। ਕੰਟਰੈਕਟ ਡਿਮਾਂਡ 0 ਹੈ। ਮੀਟਰ ਦੀ ਲੋਕੇਸ਼ਨ, ਮੀਟਰ ਕਿੱਥੇ ਲੱਗਿਆ ਹੋਇਆ ਹੈ। ਮੀਟਰ ਟਾਈਪ, ਮੀਟਰ ਕਿਹੜਾ ਲੱਗਿਆ ਹੈ, ਇਲੈਕਟ੍ਰੋਨਿਕ ਮੀਟਰ ਲਗਾਇਆ ਗਿਆ ਹੈ। ਲਾਸਟ ਪੇਮੈਂਟ, ਪਿਛਲੇ ਬਿੱਲ ਦੀ ਪੇਮੈਂਟ, ਤੁਸੀਂ ਆਪਣੇ PSPCL ਬਿੱਲ ਦੀ ਪਿਛਲੀ ਅਦਾਇਗੀ ਕਿਸ ਡੇਟ ਨੂੰ ਕੀਤੀ ਸੀ ਅਤੇ ਕਿੰਨੀ ਅਮਾਉਂਟ ਦੀ ਕੀਤੀ ਸੀ, ਉਹ ਵੀ ਤੁਸੀਂ ਇੱਥੇ ਦੇਖ ਸਕਦੇ ਹੋ। ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਮੀਟਰ ਰੀਡਰ ਵੱਲੋਂ ਜੋ ਰੀਡਿੰਗ ਲਿੱਤੀ ਜਾਂਦੀ ਹੈ। ਮੀਟਰ ਰੀਡਰ ਵੱਲੋਂ ਤੁਹਾਡੇ ਮੀਟਰ ਤੇ ਦੇਖ ਕੇ ਤੁਹਾਡੀ ਕਰੰਟ ਰੀਡਿੰਗ ਜੋ ਉਸ ਡੇਟ ਅਤੇ ਉਸ ਟਾਈਮ ਤੇ ਦਰਸਾਈ ਜਾਂਦੀ ਹੈ, ਉਹ ਇਸ ਬਿਲਿੰਗ ਮਸ਼ੀਨ ਦੇ ਵਿੱਚ ਫੀਡ ਕੀਤੀ ਜਾਂਦੀ ਹੈ। ਜੇਕਰ ਕੋਈ ਖਪਤਕਾਰ ਆਪਣੇ ਘਰੇਲੂ ਕਨੈਕਸ਼ਨ ਦਾ ਬਿੱਲ ਆਪਣੇ ਆਪ ਕੈਲਕੂਲੇਟ ਕਰਨਾ ਚਾਹੁੰਦਾ ਹੈ ਤਾਂ ਇਸ ਤੋਂ ਬਾਅਦ ਜੋ ਆਪਾਂ ਕੈਲਕੂਲੇਸ਼ਨ ਕਰਨ ਲੱਗੇ ਹਾਂ ਉਸ ਦੇ ਹਿਸਾਬ ਨਾਲ ਤੁਸੀਂ ਆਪਣੇ ਘਰੇਲੂ ਕਨੈਕਸ਼ਨ ਦਾ ਬਿੱਲ ਆਪਣੇ ਆਪ ਕੈਲਕੂਲੇਟ ਕਰ ਸਕਦੇ ਹੋ ਬੜੀ ਆਸਾਨੀ ਦੇ ਨਾਲ। ਇਸ ਖਪਤਕਾਰ ਦਾ ਪਿਛਲਾ ਬਿੱਲ 28/4/2021 ਨੂੰ ਆਇਆ ਸੀ ਅਤੇ ਉਹ ਬਿੱਲ 15,413 ਯੂਨਿਟਸ ਦੇ ਉੱਤੇ ਲਿੱਤਾ ਗਿਆ ਸੀ। ਕਰੰਟ ਬਿਲਿੰਗ ਜੋ ਹੈ 25/6/2021 ਯਾਨੀ 25 ਜੂਨ 2021 ਨੂੰ ਲਿੱਤੀ ਗਈ ਹੈ ਅਤੇ ਇਸ ਡੇਟ ਨੂੰ 15,788 ਯੂਨਿਟਾਂ ਬਣਦੀਆਂ ਹਨ। ਜੇਕਰ ਤੁਸੀਂ ਪੁਰਾਣੀ ਯੂਨਿਟਾਂ ਅਤੇ ਨਵੀਆਂ ਯੂਨਿਟਾਂ ਦਾ ਡਿਫਰੈਂਸ ਦੇਖੋ ਤਾਂ ਕੁੱਲ ਖਪਤ 375 ਯੂਨਿਟ ਦੀ ਹੋਈ ਹੈ ਅਤੇ ਇਹ 58 ਦਿਨਾਂ ਦਾ ਬਿੱਲ ਜਨਰੇਟ ਕੀਤਾ ਗਿਆ ਹੈ। ਕਰੰਟ ਕੰਜ਼ੰਪਸ਼ਨ 375 ਰੁਪਏ ਦਰਸਾਈ ਹੈ। 올ਡ ਕੰਜ਼ੰਪਸ਼ਨ, ਇਸ ਖਪਤਕਾਰ ਦੀ ਕੋਈ 올ਡ ਕੰਜ਼ੰਪਸ਼ਨ ਬਕਾਇਆ ਨਹੀਂ ਹੈ, ਇਸ ਲਈ ਇਸ ਨੂੰ 0 ਦਰਸਾਇਆ ਗਿਆ ਹੈ। ਟੋਟਲ ਕੰਜ਼ੰਪਸ਼ਨ, ਜੇਕਰ ਕੋਈ 올ਡ ਕੰਜ਼ੰਪਸ਼ਨ ਹੋਵੇ ਤਾਂ ਉਸ ਨੂੰ ਕਰੰਟ ਜੋ ਕੰਜ਼ੰਪਸ਼ਨ ਹੈ ਉਸ ਦੇ ਵਿੱਚ ਐਡ ਕੀਤਾ ਜਾਵੇਗਾ ਅਤੇ ਟੋਟਲ ਕੰਜ਼ੰਪਸ਼ਨ ਦਰਸਾਈ ਜਾਵੇਗੀ। ਉਸ ਤੋਂ ਬਾਅਦ ਇਸ ਖਾਤੇ ਦੀ ACD ਸਿਕਿਉਰਿਟੀ 1520 ਰੁਪਏ, ਮੀਟਰ ਸਿਕਿਉਰਿਟੀ 200 ਰੁਪਏ ਦਰਜ ਕੀਤੀ ਹੋਈ ਹੈ। ਦੋਸਤੋ ਹੁਣ ਆਪਾਂ ਦੇਖਦੇ ਹਾਂ ਇਸ ਬਿੱਲ ਦੇ ਵਿੱਚ ਕਿਹੜੇ-ਕਿਹੜੇ ਕੰਪੋਨੈਂਟ ਕਿਵੇਂ ਕੈਲਕੂਲੇਟ ਕੀਤੇ ਜਾਂਦੇ ਹਨ। ਉਸ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਦਾ ਕਿ ਕਿਸੇ ਘਰੇਲੂ ਕਨੈਕਸ਼ਨ ਦੇ ਬਿੱਲ ਦੇ ਵਿੱਚ ਕਿਹੜੇ-ਕਿਹੜੇ ਚਾਰजेस ਲੱਗਦੇ ਹਨ। ਸਭ ਤੋਂ ਪਹਿਲਾ ਹੈ ਫਿਕਸਡ ਚਾਰजेस, दूसरा एनर्जी चार्जेस, तीसरा है फ्यूल कॉस्ट एडजस्टमेंट यानी कि FCA। इस दे नाल ही कोई एडिशनल सरचार्ज, जेकर किसी टाइम ते कोई नैचुरल डिजास्टर आ जाए या किसी वेले PSPCL ਨੂੰ ਕੋਈ एडिशनल सरचार्ज लगाना पै जाए ਤਾਂ ਉਹ ਇਸ एडिशनल सरचार्ज ਦੇ ਵਿੱਚ ਲਗਾਇਆ ਜਾਂਦਾ ਹੈ। ਚੌਥੇ ਨੰਬਰ ਤੇ ਹਨ ਰੈਂਟਸ, ਜਿਸ ਦੇ ਵਿੱਚ ਮੀਟਰ ਰੈਂਟ, MCB ਰੈਂਟ ਅਤੇ ਇਸ ਦੇ ਉੱਤੇ GST ਲਗਾਇਆ ਜਾਂਦਾ ਹੈ। ਉਸ ਤੋਂ ਬਾਅਦ ਹੈ ਟੈਕਸਿਸ, ਕਿਹੜੇ-ਕਿਹੜੇ ਟੈਕਸਿਸ ਲੱਗਦੇ ਹਨ। ED ਯਾਨੀ ਇਲੈਕਟ੍ਰਿਸਿਟੀ ਡਿਊਟੀ, IDF ਯਾਨੀ ਇਨਫਰਾਸਟ੍ਰਕਚਰ ਡਿਵੈਲਪਮੈਂਟ ਫੰਡ, ਉਸ ਤੋਂ ਬਾਅਦ ਮਿਊਨਿਸਪੈਲਿਟੀ ਟੈਕਸ, ਉਸ ਤੋਂ ਬਾਅਦ ਕਾਊ ਸੈਸ। ਇਹ ਚਾਰ ਤਰ੍ਹਾਂ ਦੇ ਟੈਕਸਿਸ ਜੋ ਹਨ ਉਹ SOP ਯਾਨੀ ਸੇਲ ਆਫ ਪਾਵਰ, એનર્ਜੀ ਚਾਰजेस ਅਤੇ ਫਿਕਸ ਚਾਰजेस ਦੇ ਉੱਤੇ ਬਿਜਲੀ ਬੋਰਡ ਵੱਲੋਂ ਲਗਾਏ ਜਾਂਦੇ ਹਨ। ਇਹਨਾਂ ਟੈਕਸਿਸ ਤੋਂ ਬਾਅਦ PSPCL ਵੱਲੋਂ ਕੁਝ ਪ੍ਰੀਵੀਅਸ ਐਡਜਸਟਮੈਂਟਸ ਜੋ ਕੀਤੀਆਂ ਜਾਂਦੀਆਂ ਹਨ ਉਹ ਵੀ ਇੱਥੇ ਬਿੱਲ ਦੇ ਵਿੱਚ ਦਰਸਾਈਆਂ ਹਨ। ਫਿਰ ਪ੍ਰੀਵੀਅਸ ਏਰੀਅਰ, ਜੇ ਕੋਈ ਬਕਾਇਆ ਹੈ ਜਾਂ ਕੋਈ ਏਰੀਅਰ ਤੁਹਾਡੇ ਵੱਲ ਨਿਕਲਦਾ ਹੈ। ਸੰਡਰੀ ਚਾਰजेस, ਜੇਕਰ ਕੋਈ ਚਾਰजेस ਤੁਹਾਨੂੰ ਰਿਵਰਸ ਕੀਤੇ ਜਾਂਦੇ ਹਨ। ਉਸ ਤੋਂ ਬਾਅਦ ਹੈ ਸਬਸਿਡੀ, ਜੇਕਰ ਪੰਜਾਬ ਸਰਕਾਰ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਸਬਸਿਡੀ ਦਿੱਤੀ ਜਾਂਦੀ ਹੈ ਤਾਂ ਉਹ ਸਬਸਿਡੀ ਦੇ ਵਿੱਚ। ਇਸ ਤੋਂ ਬਾਅਦ ਤੁਹਾਡੇ ਬਿੱਲ ਦੀ ਗ੍ਰੋਸ ਅਮਾਉਂਟ, ਜਿਸ ਨੂੰ ਨੀਅਰੈਸਟ ਟੈਨਸ ਅਮਾਉਂਟ ਦੇ ਵਿੱਚ ਰਾਉਂਡ ਆਫ ਕਰਨ ਤੋਂ ਬਾਅਦ ਤੁਹਾਡੇ ਬਿੱਲ ਦੀ ਨੈਟ ਅਮਾਉਂਟ ਜੋ ਕਿ ਤੁਹਾਡੇ ਵੱਲੋਂ ਅਦਾ ਕੀਤੀ ਜਾਂਦੀ ਹੈ ਉਹ ਦਰਸਾਈ ਜਾਂਦੀ ਹੈ। ਤਾਂ ਹੁਣ ਆਪਾਂ ਕੱਲੇ-ਕੱਲੇ ਕੰਪੋਨੈਂਟ ਦੀ ਕੈਲਕੂਲੇਸ਼ਨ ਸਮਝਦੇ ਹਾਂ। ਸਭ ਤੋਂ ਪਹਿਲਾ ਹੈ ਫਿਕਸਡ ਚਾਰजेस। ਦੋਸਤੋ ਫਿਕਸਡ ਚਾਰजेस ਨੂੰ ਕੈਲਕੂਲੇਟ ਕਰਨ ਦੇ ਲਈ ਅੱਡ-ਅੱਡ ਰੇਟਸ ਦਰਸਾਏ ਜਾਂਦੇ ਹਨ। ਬਿਜਲੀ ਬੋਰਡ ਵੱਲੋਂ ਹਰ ਸਾਲ ਬਿਜਲੀ ਦੇ ਰੇਟਾਂ ਨੂੰ ਲੈ ਕੇ ਇੱਕ ਟੈਰਿਫ ਆਰਡਰ ਜਾਰੀ ਕੀਤਾ ਜਾਂਦਾ ਹੈ ਅਤੇ ਉਸ ਦੇ ਹਿਸਾਬ ਨਾਲ ਵੱਖੋ-ਵੱਖ ਕੈਟਾਗਰੀਆਂ ਦੇ ਫਿਕਸਡ ਚਾਰजेस, એનર્ਜੀ ਚਾਰजेस ਅਤੇ ਹੋਰ ਚਾਰजेस ਦਰਸਾਏ ਜਾਂਦੇ ਹਨ। ਟੈਰਿਫ ਆਰਡਰ 2021-22 ਦੇ ਵਿੱਚ 2 ਕਿਲੋਵਾਟ ਤੱਕ ਦੇ ਲੋਡ ਲਈ ਫਿਕਸਡ ਚਾਰजेस 35 ਰੁਪਏ ਪਰ ਕਿਲੋਵਾਟ ਸੈਂਕਸ਼ਨਡ ਲੋਡ ਦੇ ਉੱਤੇ ਲਿਆ ਜਾਂਦਾ ਹੈ। ਇਸ ਦੀ ਕੈਲਕੂਲੇਸ਼ਨ ਕਰਨ ਦੇ ਲਈ 80% ਸੈਂਕਸ਼ਨਡ ਲੋਡ ਦਾ ਲਿਆ ਜਾਵੇਗਾ। ਉਸ ਤੋਂ ਬਾਅਦ ਰੇਟ, ਫਿਰ ਬਿਲਿੰਗ ਪੀਰੀਅਡ, ਜਿੰਨੇ ਸਮੇਂ ਦਾ ਤੁਹਾਨੂੰ ਬਿੱਲ ਆਇਆ ਹੈ। ਜੇਕਰ ਆਪਾਂ ਗੱਲ ਕਰੀਏ ਇਸ ਬਿੱਲ ਦੀ ਤਾਂ ਇਸ ਦੇ ਫਿਕਸ ਚਾਰजेस ਕੈਲਕੂਲੇਟ ਕਰਨ ਦੇ ਲਈ 80% ਆਫ ਲੋਡ, ਇਸ ਬਿੱਲ ਦਾ ਲੋਡ ਮੈਂ ਤੁਹਾਨੂੰ ਦੱਸਿਆ ਸੀ 5 ਕਿਲੋਵਾਟ ਸੈਂਕਸ਼ਨਡ ਲੋਡ ਹੈ, ਉਸ ਦਾ ਜੇਕਰ 80% ਕਰੀਏ ਤਾਂ 4 ਕਿਲੋਵਾਟ। 4 ਕਿਲੋਵਾਟ ਨੂੰ ਰੇਟ ਦੇ ਹਿਸਾਬ ਨਾਲ ਕੈਲਕੂਲੇਟ ਕਰੀਏ 2 ਕਿਲੋਵਾਟ ਤੋਂ ਲੈ ਕੇ 7 ਕਿਲੋਵਾਟ ਤੱਕ 60 ਰੁਪਏ ਪਰ ਕਿਲੋਵਾਟ, ਤਾਂ ਇੱਥੇ 60 ਰੁਪਏ ਐਪਲੀਕੇਬਲ ਹੋਏਗਾ। 58 ਦਿਨਾਂ ਦਾ ਇਹ ਬਿੱਲ ਹੈ ਤਾਂ ਇਸ ਬਿੱਲ ਦਾ ਪੀਰੀਅਡ 58 ਦਿਨ। ਜੇਕਰ ਆਪਾਂ ਇਸ ਨੂੰ ਮਲਟੀਪਲਾਈ ਕਰੀਏ 4 × 60 × 58, ਇਸ ਨੂੰ ਮਲਟੀਪਲਾਈ ਕਰਾਂਗੇ 12 ਦੇ ਨਾਲ ਅਤੇ ਡਿਵਾਈਡ ਕਰਾਂਗੇ 365 ਦੇ ਨਾਲ, ਤਾਂ ਫਿਕਸ ਚਾਰਜ ਇਸ ਬਿੱਲ ਦੇ 458 ਰੁਪਏ ਕੈਲਕੂਲੇਟ ਹੁੰਦੇ ਹਨ। ਇਸ ਤੋਂ ਬਾਅਦ ਹਨ એનર્ਜੀ ਚਾਰजेस। ਨਵੇਂ ਟੈਰਿਫ ਆਰਡਰ ਦੇ ਹਿਸਾਬ ਨਾਲ એનર્ਜੀ ਚਾਰजेस 1 ਯੂਨਿਟ ਤੋਂ ਲੈ ਕੇ 100 ਯੂਨਿਟ ਤੱਕ એનર્ਜੀ ਚਾਰजेस ਦਾ ਰੇਟ 3 ਰੁਪਏ 74 ਪੈਸੇ ਹੈ ਅਤੇ ਇਸ ਤੋਂ ਪਹਿਲਾਂ ਇਹ ਰੇਟ 4 ਰੁਪਏ 49 ਪੈਸੇ ਸੀ। ਦੋਸਤੋ ਇਸ એનર્ਜੀ ਚਾਰजेस ਵਾਲੇ ਕਾਲਮ ਨੂੰ ਬੜੇ ਹੀ ਧਿਆਨ ਦੇ ਨਾਲ ਸਮਝਣ ਦੀ ਲੋੜ ਹੈ। ਇਹ ਬਿੱਲ 28 ਅਪ੍ਰੈਲ 2021 ਤੋਂ 25 ਜੂਨ 2021 ਤੱਕ ਹੈ
28 ਅਪ੍ਰੈਲ 2021 ਤੋਂ 31 ਮਈ 2021 ਤੱਕ ਯਾਨੀ 33 ਦਿਨਾਂ ਦਾ ਜੋ એનર્ਜੀ ਚਾਰजेस ਦਾ ਰੇਟ ਹੈ ਉਹ 4 ਰੁਪਏ 49 ਪੈਸੇ ਪਹਿਲੀਆਂ 100 ਯੂਨਿਟਾਂ ਤੱਕ ਲਾਗੂ ਹੁੰਦਾ ਹੈ ਅਤੇ ਉਸ ਤੋਂ ਬਾਅਦ 1 ਜੂਨ 2021 ਤੋਂ 25 ਜੂਨ 2021 ਤੱਕ ਨਵੇਂ ਟੈਰਿਫ ਦੇ ਹਿਸਾਬ ਨਾਲ ਰੇਟ ਯਾਨੀ 3 ਰੁਪਏ 74 ਪੈਸੇ ਰੇਟ ਲਾਗੂ ਹੁੰਦਾ ਹੈ। ਤਾਂ ਜਦੋਂ ਇਸ ਦੀ ਕੈਲਕੂਲੇਸ਼ਨ ਕਰਦੇ ਹਾਂ ਤਾਂ 33 ਦਿਨਾਂ ਦੇ ਹਿਸਾਬ ਨਾਲ એનર્ਜੀ ਚਾਰजेस 493 ਰੁਪਏ ਜੋ ਕਿ 4 ਰੁਪਏ 49 ਪੈਸੇ ਰੇਟ ਦੇ ਹਿਸਾਬ ਨਾਲ ਕੈਲਕੂਲੇਟ ਹੋਇਆ ਹੈ ਅਤੇ 1 ਜੂਨ ਤੋਂ 25 ਜੂਨ ਤੱਕ 25 ਦਿਨਾਂ ਦਾ 3 ਰੁਪਏ 74 ਪੈਸੇ ਦੇ ਹਿਸਾਬ ਨਾਲ 311 ਰੁਪਏ ਬਣਦਾ ਹੈ। ਜਦੋਂ ਇਸ ਨੂੰ ਐਡ ਕੀਤਾ ਜਾਵੇਗਾ ਤਾਂ ਕੁੱਲ 804 ਰੁਪਏ ਪਹਿਲੀਆਂ 100 ਯੂਨਿਟਾਂ ਤੱਕ ਦੀ ਸਲੈਬ ਦੇ ਵਿੱਚ 2 ਮਹੀਨੇ ਦੀਆਂ ਕੁੱਲ 193 ਯੂਨਿਟਾਂ ਦਾ ਰੇਟ 804 ਰੁਪਏ ਕੈਲਕੂਲੇਟ ਹੁੰਦਾ ਹੈ। ਦੋਸਤੋ ਇਹ ਜੋ ਆਪਾਂ ਕੈਲਕੂਲੇਸ਼ਨ ਕੀਤੀ ਹੈ ਇਸ ਨੂੰ ਪ੍ਰੋ ਰਾਟਾ ਬੇਸਿਸ ਕੈਲਕੂਲੇਸ਼ਨ ਕਿਹਾ ਜਾਂਦਾ ਹੈ ਯਾਨੀ ਕਿ ਅੱਡ-ਅੱਡ ਸਮੇਂ ਤੇ ਰੇਟ ਦੇ ਹਿਸਾਬ ਨਾਲ ਤੁਹਾਡੇ ਨੰਬਰ ਆਫ ਯੂਨਿਟਸ ਨੂੰ ਨੰਬਰ ਆਫ ਡੇਜ਼ ਦੇ ਹਿਸਾਬ ਨਾਲ ਵੰਡਿਆ ਜਾਂਦਾ ਹੈ ਤੇ ਉਸੇ ਹਿਸਾਬ ਨਾਲ ਰੇਟ ਲਾਗੂ ਕਰਕੇ એનર્ਜੀ ਚਾਰजेस ਕੈਲਕੂਲੇਟ ਕੀਤੇ ਜਾਂਦੇ ਹਨ। ਦੋਸਤੋ 193 ਯੂਨਿਟਾਂ ਦੀ એનર્ਜੀ ਚਾਰजेस ਦੀ ਕੈਲਕੂਲੇਸ਼ਨ ਆਪਾਂ ਕੀਤੀ ਹੈ। ਹੁਣ ਇਸ ਤੋਂ ਬਾਅਦ 375 ਤੋਂ 193 ਮਾਈਨਸ ਕਰਨ ਤੋਂ ਬਾਅਦ ਬਕਾਇਆ ਯੂਨਿਟਾਂ 182 ਹਨ। ਤਾਂ ਇਹ ਅਗਲੀ ਸਲੈਬ ਜੋ ਕਿ 101 ਤੋਂ ਲੈ ਕੇ 300 ਯੂਨਿਟਾਂ ਤੱਕ ਦੀ ਸਲੈਬ ਹੈ। 1 ਮਹੀਨੇ ਦੀਆਂ 200 ਯੂਨਿਟ 2 ਮਹੀਨੇ ਦੀਆਂ ਜੋ ਆਪਾਂ ਕੈਲਕੂਲੇਟ ਕਰਾਂਗੇ 200 × 2 400 ਯੂਨਿਟ ਆਣਗੀਆਂ। ਆਪਣੇ ਕੋਲੇ ਬਕਾਇਆ ਯੂਨਿਟ ਸਿਰਫ 182 ਯੂਨਿਟਾਂ ਹਨ ਅਤੇ 182 ਯੂਨਿਟਾਂ ਨੂੰ ਆਪਾਂ ਪ੍ਰੋ ਰਾਟਾ ਬੇਸਿਸ ਤੇ 28 ਅਪ੍ਰੈਲ 2021 ਤੋਂ 31 5 2021 ਤੱਕ 33 ਦਿਨਾਂ ਦਾ ਰੇਟ 6.34 ਦੇ ਹਿਸਾਬ ਨਾਲ એનર્ਜੀ ਚਾਰजेस ਕੈਲਕੂਲੇਟ ਕਰਾਂਗੇ ਅਤੇ 1 ਜੂਨ 2021 ਤੋਂ 25 ਜੂਨ 2021 ਤੱਕ 25 ਦਿਨਾਂ ਦੇ 182 ਯੂਨਿਟਾਂ ਦੇ 5.84 ਰੇਟ ਦੇ ਹਿਸਾਬ ਨਾਲ એનર્ਜੀ ਚਾਰजेस ਕੈਲਕੂਲੇਟ ਕਰਾਂਗੇ। ਤਾਂ ਇਸ ਨੂੰ ਕੈਲਕੂਲੇਟ ਕਰਨ ਤੋਂ ਬਾਅਦ ਟੋਟਲ ਚਾਰजेस ਆਪਣੇ ਕੋਲੇ 1114 ਰੁਪਏ 38 ਪੈਸੇ ਕੈਲਕੂਲੇਟ ਹੁੰਦਾ ਹੈ। ਜੇਕਰ ਇਸ ਖਪਤਕਾਰ ਦੀ ਇਸ ਤੋਂ ਬਾਅਦ ਕੋਈ ਯੂਨਿਟਾਂ ਹੁੰਦੀਆਂ ਤਾਂ ਉਸ ਨੂੰ ਵੀ ਇਸੇ ਹਿਸਾਬ ਨਾਲ ਪ੍ਰੋ ਰਾਟਾ ਬੇਸਿਸ ਤੇ ਵੱਖ-ਵੱਖ ਦਿਨਾਂ ਦਾ ਵੱਖ-ਵੱਖ ਰੇਟ ਦੇ ਹਿਸਾਬ ਨਾਲ ਕੈਲਕੂਲੇਟ ਕੀਤਾ ਜਾ ਸਕਦਾ ਸੀ। ਇਸ ਖਪਤਕਾਰ ਦੀ 375 ਯੂਨਿਟਾਂ ਦੀ ਖਪਤ ਦੇ ਹਿਸਾਬ ਨਾਲ ਕੁੱਲ એનર્ਜੀ ਚਾਰजेस 1919 ਰੁਪਏ ਬਣਦੇ ਹਨ। ਇਸ ਤੋਂ ਪਹਿਲਾਂ ਆਪਾਂ ਫਿਕਸ ਚਾਰजेस ਕੈਲਕੂਲੇਟ ਕੀਤੇ ਜੋ ਕਿ 458 ਰੁਪਏ ਬਣਦੇ ਸੀ। એનર્ਜੀ ਚਾਰजेस 1919 ਰੁਪਏ ਬਣਦੇ ਹਨ। ਨੈਕਸਟ ਆਪਣੇ ਕੋਲੇ FCA ਯਾਨੀ ਫਿਊਲ ਕਾਸਟ ਐਡਜਸਟਮੈਂਟ। ਫਿਊਲ ਕਾਸਟ ਐਡਜਸਟਮੈਂਟ PSPCL ਵੱਲੋਂ ਕਿਸੇ ਵੇਲੇ ਪਾਵਰ ਦੀ ਸ਼ਾਰਟੇਜ ਹੋ ਜਾਣ ਤੇ ਜੇਕਰ ਬਾਹਰੋਂ ਕਿਸੇ ਹੋਰ ਸੂਬਿਆਂ ਤੋਂ ਬਿਜਲੀ ਖਰੀਦਣੀ ਪੈਂਦੀ ਹੈ ਅਤੇ ਜੇਕਰ ਉਹ ਪਰਚੇਜ਼ ਮੌਜੂਦਾ ਰੇਟਾਂ ਨਾਲੋਂ ਵੱਧ ਅਤੇ ਮਹਿੰਗੀ ਪਰਚੇਜ਼ ਕੀਤੀ ਜਾਂਦੀ ਹੈ ਤਾਂ PSPCL ਵੱਲੋਂ ਇੱਕ ਐਡੀਸ਼ਨਲ ਸਰਚਾਰਜ ਦੇ ਨਾਮ ਤੇ FCA ਯਾਨੀ ਫਿਊਲ ਕਾਸਟ ਐਡਜਸਟਮੈਂਟ ਲਗਾਇਆ ਜਾਂਦਾ ਹੈ। ਕਰੰਟ ਬਿਲਿੰਗ ਇਸ ਬਿਲਿੰਗ ਪੀਰੀਅਡ ਦੇ ਲਈ FCA 0 ਹੈ ਤੇ ਕਿਸੇ ਤਰ੍ਹਾਂ ਦਾ ਕੋਈ ਐਡੀਸ਼ਨਲ ਸਰਚਾਰਜ PSPCL ਵੱਲੋਂ ਨਹੀਂ ਲਗਾਇਆ ਗਿਆ। ਉਸ ਤੋਂ ਬਾਅਦ ਰੈਂਟਸ ਮੀਟਰ ਰੈਂਟ ਸਿੰਗਲ ਫੇਸ ਮੀਟਰ ਦੇ ਲਈ ਮੀਟਰ ਰੈਂਟ 16 ਰੁਪਏ MCB ਯਾਨੀ ਮੀਟਰ ਕੱਪ ਬੋਰਡ 8 ਰੁਪਏ ਜੋ ਕਿ ਟੋਟਲ 24 ਰੁਪਏ ਬਣਦਾ ਹੈ। ਇਸ ਦੇ ਉੱਤੇ 9% ਸੈਂਟਰ ਦਾ GST 9% ਸਟੇਟ ਦਾ GST ਇਸ ਨੂੰ ਐਡ ਕਰਨ ਤੋਂ ਬਾਅਦ ਟੋਟਲ ਜੋ ਇਸ ਖਪਤਕਾਰ ਨੂੰ ਰੈਂਟ ਦੇਣਾ ਹੋਵੇਗਾ ਉਹ 28 ਰੁਪਏ 32 ਪੈਸੇ ਬਣਦਾ ਹੈ। ਅਗਲੇ ਪੋਰਸ਼ਨ ਦੇ ਵਿੱਚ ਜੋ GST ਕੈਲਕੂਲੇਟ ਕੀਤਾ ਗਿਆ ਹੈ ਉਸ ਦੀ ਡਿਸਕ੍ਰਿਪਸ਼ਨ ਦਿੱਤੀ ਗਈ ਹੈ, ਤੁਸੀਂ ਇਸ ਨੂੰ ਦੇਖ ਸਕਦੇ ਹੋ। ਨੈਕਸਟ ਆਪਣੇ ਕੋਲੇ ਟੈਕਸਿਸ ਦੇ ਵਿੱਚ ਆਪਣੇ ਕੋਲੇ ਆਉਂਦੇ ਹਨ ED ਯਾਨੀ ਕਿ ਇਲੈਕਟ੍ਰਿਸਿਟੀ ਡਿਊਟੀ, IDF ਇੰਫਰਾਸਟ੍ਰਕਚਰ ਡਿਵੈਲਪਮੈਂਟ ਫੰਡ, MC ਟੈਕਸ ਯਾਨੀ ਮਿਊਨਿਸਪਲ ਕਾਰਪੋਰੇਸ਼ਨ ਟੈਕਸ ਜਾਂ ਮਿਊਨਿਸਪੈਲਿਟੀ ਟੈਕਸ। ਉਸ ਤੋਂ ਬਾਅਦ ਕਾਊਸੈਸ। ਇਹ ਚਾਰੋਂ ਟੈਕਸਿਸ ਜੋ ਹਨ ਉਹ SOP ਯਾਨੀ ਸੇਲ ਆਫ ਪਾਵਰ ਤੇ ਅਪਲਾਈ ਕੀਤੇ ਜਾਂਦੇ ਹਨ। ਸੇਲ ਆਫ ਪਾਵਰ ਦੇ ਵਿੱਚ એનર્ਜੀ ਚਾਰजेस, ਫਿਕਸ ਚਾਰजेस ਅਤੇ FCA ਯਾਨੀ ਫਿਊਲ ਕਾਸਟ ਐਡਜਸਟਮੈਂਟ ਜਾਂ ਐਡੀਸ਼ਨਲ ਸਰਚਾਰਜ ਐਡ ਕੀਤਾ ਜਾਂਦਾ ਹੈ। ਇਸ ਬਿੱਲ ਦੇ ਵਿੱਚ ਆਪਣੇ ਕੋਲੇ SOP 2377 ਰੁਪਏ ਬਣਦੀ ਹੈ। 2377 ਰੁਪਏ SOP ਦੇ ਉੱਤੇ ED 13%, ਅਰਬਨ ਏਰੀਆ ਦੇ ਵਿੱਚ ED 13% ਲੱਗਦੀ ਹੈ ਅਤੇ ਕਿਸੇ ਰੂਰਲ ਏਰੀਆ ਦੇ ਵਿੱਚ ED 15% ਲੱਗਦੀ ਹੈ। ਇਸ ਕੇਸ ਦੇ ਵਿੱਚ 13% ED 2377 ਰੁਪਏ ਤੇ ਕੈਲਕੂਲੇਟ ਕਰਨ ਤੋਂ ਬਾਅਦ 309 ਰੁਪਏ ED ਬਣਦੀ ਹੈ। IDF 5%, IDF ਦਾ ਇੱਕ ਫਿਕਸ ਰੇਟ ਹੈ 5% ਜੋ ਕਿ 2377 ਦਾ 5% 119 ਰੁਪਏ IDF ਬਣਦਾ ਹੈ। ਮਿਊਨਿਸਪੈਲਿਟੀ ਟੈਕਸ ਜੇਕਰ ਤੁਹਾਡਾ ਏਰੀਆ ਮਿਊਨਿਸਪੈਲਿਟੀ ਦੇ ਅੰਡਰ ਕਵਰ ਹੁੰਦਾ ਹੈ ਜਾਂ ਮਿਊਨਿਸਪਲ ਕਾਰਪੋਰੇਸ਼ਨ ਮਿਊਨਿਸਪਲ ਕਾਉਂਸਲ ਦੇ ਅੰਦਰ ਕਵਰ ਹੁੰਦਾ ਹੈ ਤਾਂ ਉੱਥੇ 2% MC ਟੈਕਸ ਦੇ ਨਾਮ ਤੇ ਇੱਕ ਟੈਕਸ ਦੇਣਾ ਪੈਂਦਾ ਹੈ। SOP ਦਾ 2% ਯਾਨੀ 2377 ਦਾ 2% 48 ਰੁਪਏ MC ਟੈਕਸ ਯਾਨੀ ਮਿਊਨਿਸਪੈਲਿਟੀ ਟੈਕਸ ਬਣਦਾ ਹੈ। ਕਾਊਸੈਸ ਇਸ ਬਿਲਿੰਗ ਏਰੀਆ ਦੇ ਵਿੱਚ ਕਾਊਸੈਸ ਐਪਲੀਕੇਬਲ ਨਹੀਂ ਹੈ। ਅਦਰਵਾਈਜ਼ ਕਾਊਸੈਸ ਪੰਜਾਬ ਦੇ ਕਈ ਸ਼ਹਿਰਾਂ ਦੇ ਵਿੱਚ 1 ਪੈਸਾ ਪਰ ਯੂਨਿਟ ਜਾਂ 2 ਪੈਸਾ ਪਰ ਯੂਨਿਟ ਦੇ ਹਿਸਾਬ ਨਾਲ ਕਾਊਸੈਸ PSPCL ਵੱਲੋਂ ਬਿੱਲ ਦੇ ਵਿੱਚ ਵਸੂਲ ਕੀਤਾ ਜਾਂਦਾ ਹੈ। ਤਾਂ ਇਹ ਸਾਰੇ ਟੈਕਸਿਸ ਨੂੰ ਮਿਲਾਉਣ ਤੋਂ ਬਾਅਦ
ਕੁੱਲ ਟੈਕਸਿਸ 476 ਰੁਪਏ ਬਣਦੇ ਹਨ ਅਤੇ ਇਸ ਖਪਤਕਾਰ ਦੀ ਕਰੰਟ ਬਿਲਿੰਗ ਅਮਾਉਂਟ 2881.32 ਰੁਪਏ ਬਣਦੀ ਹੈ। ਇਸ ਤੋਂ ਬਾਅਦ ਪ੍ਰੀਵੀਅਸ ਐਡਜਸਟਮੈਂਟ, ਜੇ ਕਿਸੇ ਤਰ੍ਹਾਂ ਦੀ ਕੋਈ ਐਡਜਸਟਮੈਂਟ ਪ੍ਰੀਵੀਅਸ ਬਿੱਲ ਦੇ ਵਿੱਚ ਕਰਨੀ ਰਹਿੰਦੀ ਹੈ ਤਾਂ ਉਹ ਇੱਥੇ ਕੀਤੀ ਜਾਂਦੀ ਹੈ। ਅਗਲੇ ਕਾਲਮ ਦੇ ਵਿੱਚ ਸਬਸਿਡੀ, ਜੇਕਰ ਇਸ ਬਿਲਿੰਗ ਕੈਟਾਗਰੀ ਤੇ ਕਿਸੇ ਤਰ੍ਹਾਂ ਦੀ ਕੋਈ ਸਬਸਿਡੀ ਜਾਂ ਯੂਨਿਟਸ ਦਾ ਕੰਸੈਸ਼ਨ ਲਾਗੂ ਹੁੰਦਾ ਹੋਵੇ ਤਾਂ ਉਹ ਸਬਸਿਡੀ ਵਾਲੇ ਕਾਲਮ ਦੇ ਵਿੱਚ ਦਰਸਾਇਆ ਜਾਂਦਾ ਹੈ। ਇਸ ਖਪਤਕਾਰ ਦੇ ਪੁਰਾਣੇ ਬਿੱਲ ਦੀ ਰਾਉਂਡ ਆਫ ਅਮਾਉਂਟ ਜੋ ਕਿ ਇਸ ਬਿੱਲ ਦੇ ਵਿੱਚ ਐਡ ਕੀਤੀ ਜਾਵੇਗੀ 2881.32 ਦੇ ਵਿੱਚ 3.02 ਐਡ ਕੀਤਾ ਜਾਵੇਗਾ ਤਾਂ ਇਸ ਬਿੱਲ ਦੀ ਪੂਰੀ ਅਮਾਉਂਟ 2884 ਰੁਪਏ 34 ਪੈਸੇ ਬਣ ਜਾਂਦੀ ਹੈ। ਮੈਂ ਤੁਹਾਨੂੰ ਦੱਸਿਆ ਸੀ ਕਿ ਇਸ ਪੂਰੀ ਅਮਾਉਂਟ ਨੂੰ ਰਾਉਂਡ ਆਫ ਕੀਤਾ ਜਾਂਦਾ ਹੈ ਨੇੜਲੇ 10 ਰੁਪਏ ਦੇ ਹਿਸਾਬ ਨਾਲ, ਯਾਨੀ ਇਸ ਬਿੱਲ ਨੂੰ ਆਪਾਂ ਰਾਉਂਡ ਆਫ ਕਰਾਂਗੇ। ਰਾਉਂਡ ਆਫ ਕਰਨ ਤੋਂ ਬਾਅਦ ਅਮਾਉਂਟ ਬਣਦੀ ਹੈ 2880 ਰੁਪਏ 4 ਰੁਪਏ 34 ਪੈਸੇ ਪ੍ਰੈਜ਼ੈਂਟ ਰਾਉਂਡਿੰਗ ਆਫ ਫਿਗਰ ਹੈ ਜੋ ਕਿ ਅਗਲੇ ਬਿੱਲ ਦੇ ਵਿੱਚ ਐਡ ਕੀਤੀ ਜਾਵੇਗੀ। ਤਾਂ ਇਸ ਖਪਤਕਾਰ ਦੇ ਇਸ ਬਿੱਲ ਦੀ ਅਦਾਇਗੀ ਯੋਗ ਰਕਮ 2880 ਰੁਪਏ ਬਣਦੀ ਹੈ। ਦੋਸਤੋ, ਜੇਕਰ ਇਸ ਖਪਤਕਾਰ ਵੱਲੋਂ ਬਿੱਲ ਦੀ ਅਦਾਇਗੀ ਡਿਊ ਡੇਟ ਦੇ ਅੰਦਰ ਕੀਤੀ ਜਾਂਦੀ ਹੈ ਤਾਂ ਉਸ ਨੂੰ 2880 ਰੁਪਏ ਅਦਾ ਕਰਨੇ ਪੈਣਗੇ। ਪਰੰਤੂ ਜੇਕਰ ਕਿਸੇ ਕਾਰਨ ਕਰਕੇ ਖਪਤਕਾਰ ਬਿੱਲ ਦੀ ਅਦਾਇਗੀ ਨਹੀਂ ਕਰ ਸਕਦਾ ਤਾਂ ਉਸ ਨੂੰ 15 ਦਿਨਾਂ ਤੋਂ ਬਾਅਦ 2% ਦੇ ਹਿਸਾਬ ਨਾਲ ਸਰਚਾਰਜ ਦੇਣਾ ਪਵੇਗਾ ਅਤੇ ਬਿਲਿੰਗ ਅਮਾਉਂਟ ਦਾ 2% ਯਾਨੀ ਕਿ 58 ਰੁਪਏ ਇਸ ਬਿੱਲ ਦੇ ਵਿੱਚ ਐਡ ਕੀਤੇ ਜਾਣਗੇ। ਜੇਕਰ ਬਿੱਲ ਦੀ ਡਿਊ ਡੇਟ ਲੰਘ ਜਾਣ ਤੋਂ 15 ਦਿਨ ਤੋਂ ਬਾਅਦ ਵੀ ਖਪਤਕਾਰ ਵੱਲੋਂ ਇਸ ਬਿੱਲ ਦੀ ਅਦਾਇਗੀ ਨਹੀਂ ਕੀਤੀ ਜਾਂਦੀ ਤਾਂ ਉਸ ਤੋਂ ਬਾਅਦ ਦੇ ਸਮੇਂ ਦੇ ਲਈ 1.5% ਪ੍ਰਤੀ ਮਹੀਨਾ ਦੀ ਦਰ ਤੇ ਇਸ ਖਪਤਕਾਰ ਵੱਲੋਂ ਇੰਟਰਸਟ ਵਸੂਲ ਕੀਤਾ ਜਾਵੇਗਾ ਜੋ ਕਿ 1 ਮਹੀਨੇ ਦਾ ਸਮਾਂ ਲੰਘ ਜਾਣ ਤੋਂ 1 ਦਿਨ ਦੇ ਬਾਅਦ ਵੀ 1 ਮਹੀਨੇ ਦੇ ਸਮੇਂ ਲਈ ਪੂਰਾ 1.5% ਹੀ ਕੈਲਕੂਲੇਟ ਕੀਤਾ ਜਾਵੇਗਾ। ਦੋਸਤੋ, ਮੈਂ ਉਮੀਦ ਕਰਦਾ ਹਾਂ ਕਿ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਤੁਸੀਂ ਆਪਣੇ ਬਿਜਲੀ ਦੇ ਘਰੇਲੂ ਕਨੈਕਸ਼ਨ ਦਾ ਬਿੱਲ ਬੜੀ ਆਸਾਨੀ ਦੇ ਨਾਲ ਕੈਲਕੂਲੇਟ ਕਰ ਸਕਦੇ ਹੋ। ਤੁਸੀਂ ਆਪਣੇ ਮੀਟਰ ਤੇ ਜਾ ਕੇ ਆਪਣੇ ਬਿਜਲੀ ਦੇ ਮੀਟਰ ਦੀ ਰੀਡਿੰਗ ਦੇਖਣ ਤੋਂ ਬਾਅਦ ਤੁਸੀਂ ਆਪਣੇ ਮੀਟਰ ਦੀ ਕਰੰਟ ਰੀਡਿੰਗ ਅਤੇ ਪੁਰਾਣੇ ਬਿੱਲ ਦੇ ਉੱਤੇ ਪੁਰਾਣੀ ਰੀਡਿੰਗ ਨੂੰ ਦੇਖ ਕੇ ਆਪਣੀ ਹੁਣ ਤੱਕ ਦੀ ਯੂਨਿਟਾਂ ਦੀ ਖਪਤ ਦੇਖ ਸਕਦੇ ਹੋ ਅਤੇ ਉਸ ਖਪਤ ਦੇ ਹਿਸਾਬ ਨਾਲ ਇਸ ਕੈਲਕੂਲੇਸ਼ਨ ਰਾਹੀਂ ਤੁਸੀਂ ਆਪਣੇ ਯੂਨਿਟਾਂ ਦਾ ਬਿੱਲ ਕੈਲਕੂਲੇਟ ਕਰ ਸਕਦੇ ਹੋ। ਤੁਹਾਡੇ ਬਿਜਲੀ ਦੇ ਬਿੱਲ ਜਾਂ PSPCL ਨਾਲ ਸੰਬੰਧਿਤ ਜੇਕਰ ਤੁਹਾਡਾ ਕੋਈ ਵੀ ਸਵਾਲ ਹੈ ਤਾਂ ਤੁਸੀਂ ਸਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਪੁੱਛ ਸਕਦੇ ਹੋ। ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਅਤੇ ਇਹ ਵੀਡੀਓ ਤੁਹਾਡੇ ਕਿਸੇ ਵੀ ਕੰਮ ਆਉਂਦੀ ਹੈ ਤਾਂ ਪਲੀਜ਼ ਇਸ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਿਓ। ਵੀਡੀਓ ਨੂੰ ਅੱਗੇ ਆਪਣੇ ਦੋਸਤਾਂ ਦੇ ਨਾਲ ਸ਼ੇਅਰ ਜ਼ਰੂਰ ਕਰਿਓ। ਇਸ ਤਰ੍ਹਾਂ ਦੀ ਹੋਰ ਵੀਡੀਓਜ਼ ਨੂੰ ਦੇਖਣ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ। ਮਿਲਦੇ ਹਾਂ ਕਿਸੇ ਅਗਲੀ ਵੀਡੀਓ ਦੇ ਵਿੱਚ, ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ।